ਤੁਸੀਂ ਸੁਣ ਰਹੇ ਹੋ ਕਿਤਾਬ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ। ਲੇਖਕ ਡਾਕਟਰ ਜੋਸਫ ਮਰਫੀ। ਤੀਜੇ ਭਾਗ ਵਿੱਚ ਸੁਣੋ ਤੁਹਾਡੇ ਅਵਚੇਤਨ ਮਨ ਦੀ ਚਮਤਕਾਰੀ ਸ਼ਕਤੀ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਅਤੁੱਲ ਅਤੇ ਅਸੀਮ ਹੈ। ਤੁਹਾਡਾ ਅਵਚੇਤਨ ਮਨ ਤੁਹਾਨੂੰ ਪ੍ਰੇਰਿਤ ਕਰਦਾ ਹੈ ਅਤੇ ਮਾਰਗ ਦਰਸ਼ਨ ਦਿੰਦਾ ਹੈ। ਇਹ ਯਾਦਾਂ ਦੇ ਭੰਡਾਰ ਤੋਂ ਤਸਵੀਰਾਂ ਅਤੇ ਦ੍ਰਿਸ਼ ਕੱਢ ਕੇ ਲਿਆਉਂਦਾ ਹੈ। ਤੁਹਾਡਾ ਅਵਚੇਤਨ ਤੁਹਾਡੇ ਦਿਲ ਦੀ ਧੜਕਣ ਅਤੇ ਲਹੂ ਦੇ ਸੰਚਾਰ ਨੂੰ ਨਿਯੰਤਰਿਤ ਕਰਦਾ ਹੈ। ਇਹ ਹਾਜ਼ਮੇ, ਪਚ ਜਾਣ ਤੇ ਨਿਕਾਸ ਨੂੰ ਸੁਚਾਰੂ ਬਣਾਉਂਦਾ ਹੈ। ਇਹ ਤੁਹਾਡੇ ਖਾਏ ਹੋਏ ਖਾਣੇ ਨੂੰ ਊਤਕ, ਮਾਸਪੇਸ਼ੀ, ਹੱਡੀ ਅਤੇ ਖੂਨ ਵਿੱਚ ਤਬਦੀਲ ਕਰਦਾ ਹੈ। ਇਹ ਪ੍ਰਤੀਕਿਰਿਆਵਾਂ ਦੁਨੀਆ ਦੇ ਸਭ ਤੋਂ ਸਿਆਣੇ ਆਦਮੀ ਦੀ ਸਮਝ ਤੋਂ ਵੀ ਪਰੇ ਹੁੰਦੀਆਂ। ਤੁਹਾਡਾ ਅਵਚੇਤਨ ਮਨ ਸਰੀਰ ਦੀ ਇਹਨਾਂ ਸਾਰੀ ਲੋੜੀਂਦੀ ਪ੍ਰਕਿਰਿਆਵਾਂ ਅਤੇ ਕਾਰਜਾਂ ਨੂੰ ਨਿਯੰਤਰਿਤ ਕਰਦਾ ਹੈ। ਇਸ ਨੂੰ ਸਾਰੀਆਂ ਸਮੱਸਿਆਵਾਂ ਦੇ ਜਵਾਬ ਪਤਾ ਹਨ। ਤੁਹਾਡਾ ਅਵਚੇਤਨ ਮਨ ਕਦੇ ਨਹੀਂ ਸੌਂਦਾ, ਨਾ ਹੀ ਕਦੇ ਆਰਾਮ ਕਰਦਾ ਹੈ। ਇਹ ਹਮੇਸ਼ਾ ਕੰਮ ਕਰਦਾ ਰਹਿੰਦਾ ਹੈ। ਤੁਹਾਨੂੰ ਆਪਣੇ ਅਵਚੇਤਨ ਮਨ ਦੀ ਚਮਤਕਾਰੀ ਸ਼ਕਤੀ ਦਾ ਪਤਾ ਚੱਲ ਸਕਦਾ ਹੈ, ਬਸ਼ਰਤੇ ਤੁਸੀਂ ਸੌਣ ਤੋਂ ਪਹਿਲਾਂ ਇਸ ਨੂੰ ਕਹਿ ਦਿਓ ਕਿ ਤੁਸੀਂ ਖਾਸ ਚੀਜ਼ ਨੂੰ ਹਾਸਲ ਕਰਨਾ ਚਾਹੁੰਦੇ ਹੋ। ਤੁਹਾਨੂੰ ਇਹ ਜਾਣ ਕੇ ਹੈਰਾਨੀ ਅਤੇ ਖੁਸ਼ੀ ਹੋਵੇਗੀ ਕਿ ਇਸ ਤੋਂ ਬਾਅਦ ਤੁਹਾਡੇ ਅੰਦਰ ਇਹੋ ਜਿਹੀਆਂ ਸ਼ਕਤੀਆਂ ਸਰਗਰਮ ਹੋ ਜਾਣਗੀਆਂ ਜਿਹੜੀਆਂ ਤੁਹਾਨੂੰ ਮਨ ਭਾਉਂਦੇ ਨਤੀਜਿਆਂ ਵੱਲ ਲੈ ਜਾਵੇਗੀ। ਇੱਥੇ ਸ਼ਕਤੀ ਤੇ ਬੁੱਧੀਮਾਨੀ ਦਾ ਇਹੋ ਜਿਹਾ ਸਰੋਤ ਹੈ ਜਿਹੜਾ ਤੁਹਾਨੂੰ ਸਰਵ ਸ਼ਕਤੀਮਾਨ ਦੇ ਸੰਪਰਕ ਵਿੱਚ ਰੱਖਦਾ ਹੈ। ਉਹ ਇਹੋ ਜਿਹੀ ਸ਼ਕਤੀ ਹੈ ਜੋ ਦੁਨੀਆ ਨੂੰ ਚਲਾਉਂਦੀ ਹੈ, ਗ੍ਰਹਿਆਂ ਨੂੰ ਉਹਨਾਂ ਦੀ ਧੁਰੀ ਵਿੱਚ ਰੱਖਦੀ ਹੈ ਅਤੇ ਸੂਰਜ ਨੂੰ ਚਮਕਾਉਂਦੀ ਹੈ। ਤੁਹਾਡਾ ਅਵਚੇਤਨ ਮਨ ਤੁਹਾਡੇ ਆਦਰਸ਼ਾਂ, ਤਾਂਘਾਂ ਤੇ ਪਰਉਪਕਾਰੀ ਇੱਛਾਵਾਂ ਦਾ ਸਰੋਤ ਹੈ। ਅਵਚੇਤਨ ਮਨ ਦੇ ਜ਼ਰੀਏ ਹੀ ਸ਼ੇਕਸਪੀਅਰ ਨੇ ਉਹਨਾਂ ਮਹਾਨ ਸੱਚਾਈਆਂ ਨੂੰ ਜਾਣਿਆ ਤੇ ਵਿਕਸਿਤ ਕੀਤਾ ਜਿਹੜੇ ਉਹਨਾਂ ਦੇ ਯੁੱਗ ਦੇ ਆਮ ਆਦਮੀ ਨੂੰ ਪਤਾ ਹੀ ਨਹੀਂ ਸੀ। ਅਵਚੇਤਨ ਮਨ ਦੀ ਬਦੌਲਤ ਹੀ ਯੂਨਾਨੀ ਮੂਰਤੀਕਾਰ ਫੀਡਅਸ ਨੇ ਸੰਗਮਰਮਰ ਤੇ ਕਾਂਸੇ ਵਿੱਚ ਸੁੰਦਰਤਾ, ਵਿਵਸਥਾ, ਸੁਡੌਲਪਨ ਅਤੇ ਅਨੁਪਾਤ ਉਕੇਰਨ ਵਿੱਚ ਇੰਨੀ ਨਿਪੁੰਨਤਾ ਤੇ ਕੁਸ਼ਲਤਾ ਹਾਸਲ ਕੀਤੀ। ਦਰਅਸਲ ਅਵਚੇਤਨ ਮਨ ਉਹ ਡੂੰਘਾ ਖੂਹ ਹੈ ਜਿਸ ਦੇ ਨਾਲ ਮਹਾਨ ਕਲਾਕਾਰਾਂ ਨੇ ਅਚਰਜਪੂਰਨ ਸ਼ਕਤੀ ਪ੍ਰਾਪਤ ਕੀਤੀ। ਇਸੇ ਨੇ ਹੀ ਮਹਾਨ ਇਤਾਲਵੀ ਕਲਾਕਾਰ ਰਫੈਲ ਨੂੰ ਉਹਨਾਂ ਦੀ ਅਮਰ ਕਲਾਕ੍ਰਿਤੀ ਮੈਡੋਨਾ ਬਣਾਉਣ ਅਤੇ ਮਹਾਨ ਜਰਮਨ ਸੰਗੀਤਕਾਰ ਬੀਥੋਵੈਨ ਨੂੰ ਉਹਨਾਂ ਦੀ ਸਿੰਫਨੀ ਦੀ ਰਚਨਾ ਕਰਨ ਵਿੱਚ ਸਮਰੱਥ ਬਣਾਇਆ। ਕੁਝ ਸਾਲ ਪਹਿਲਾਂ ਮੈਨੂੰ ਭਾਰਤ ਵਿੱਚ ਰਿਸ਼ੀਕੇਸ਼ ਦੀ ਯੋਗਾ ਫਰਿਸਟ ਯੂਨੀਵਰਸਿਟੀ ਭਾਸ਼ਣ ਦੇਣ ਲਈ ਸੱਦਾ ਦਿੱਤਾ ਗਿਆ ਸੀ। ਉੱਥੇ ਮੁੰਬਈ ਦੇ ਇੱਕ ਸਰਜਨ ਨਾਲ ਮੇਰੀ ਲੰਬੀ ਗੱਲਬਾਤ ਹੋਈ। ਉਹਨਾਂ ਤੋਂ ਮੈਂ ਡਾਕਟਰ ਜੇਮਸ ਐਸਡਲ ਦੀ ਹੈਰਾਨੀ ਭਰੀ ਕਹਾਣੀ ਸੁਣੀ। ਐਸਡਲ ਇੱਕ ਸਕਾਟਿਸ਼ ਸਰਜਨ ਸਨ ਜਿਨ੍ਹਾਂ ਨੇ 1840 ਦੇ ਦਹਾਕੇ ਵਿੱਚ ਬੰਗਾਲ ਵਿੱਚ ਕੰਮ ਕੀਤਾ ਸੀ। ਉਸ ਜ਼ਮਾਨੇ ਵਿੱਚ ਬੇਸੁੱਧ ਕਰਨ ਲਈ ਈਥਰ ਜਾਂ ਰਸਾਇਣਕ ਐਨਸਥੀਆ ਦੀ ਇੱਕ ਹੋਰ ਅਜੋਕੀ ਵਿਧੀਆਂ ਦਾ ਇਸਤੇਮਾਲ ਨਹੀਂ ਹੁੰਦਾ ਸੀ। ਬਹਰਹਾਲ 1843 ਅਤੇ 46 ਵਿਚਕਾਰ ਡਾਕਟਰ ਐਸਡਲ ਨੇ ਸਾਰੀ ਤਰ੍ਹਾਂ ਦੇ ਕੁੱਲ ਮਿਲਾ ਕੇ 400 ਵੱਡੇ ਆਪਰੇਸ਼ਨ ਕੀਤੇ। ਇਹਨਾਂ ਵਿੱਚ ਅੱਖਾਂ, ਕੰਨ ਅਤੇ ਗਲੇ ਦੇ ਆਪਰੇਸ਼ਨਾਂ ਤੋਂ ਇਲਾਵਾ ਅੰਗ ਕੱਟਣ, ਟਿਊਮਰ ਹਟਾਉਣ ਅਤੇ ਕੈਂਸਰ ਦੀ ਗੰਢ ਹਟਾਉਣ ਦੇ ਆਪਰੇਸ਼ਨ ਸ਼ਾਮਲ ਸਨ। ਇਹਨਾਂ ਸਾਰਿਆਂ ਆਪਰੇਸ਼ਨਾਂ ਵਿੱਚ ਕੇਵਲ ਮਾਨਸਿਕ ਐਨਸਥੀਆ ਹੀ ਦਿੱਤਾ ਗਿਆ। ਮਰੀਜ਼ਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਕੋਈ ਦਰਦ ਨਹੀਂ ਹੋਇਆ ਅਤੇ ਆਪਰੇਸ਼ਨ ਦੌਰਾਨ ਉਹਨਾਂ ਵਿੱਚੋਂ ਕੋਈ ਨਹੀਂ ਮਰਿਆ। ਹੈਰਾਨੀ ਦੀ ਗੱਲ ਇਹ ਸੀ ਕਿ ਆਪਰੇਸ਼ਨ ਤੋਂ ਬਾਅਦ ਵੀ ਐਸਡਲ ਦੇ ਬਹੁਤ ਘੱਟ ਮਰੀਜ਼ ਮਰੇ। ਉਸ ਵੇਲੇ ਦੀ ਗੱਲ ਸੀ ਜਦੋਂ ਲੂਈ ਪਾਸਚਰ ਅਤੇ ਜੋਸਫ ਲਿਸਟਰ ਨੇ ਇਹ ਸਾਬਤ ਨਹੀਂ ਸੀ ਕੀਤਾ ਕਿ ਛੂਤ ਰੋਗ ਬੈਕਟੀਰੀਆ ਤੋਂ ਫੈਲਦਾ ਸੀ। ਕਿਸੇ ਨੂੰ ਵੀ ਇਹ ਅਹਿਸਾਸ ਨਹੀਂ ਸੀ ਕਿ ਆਪਰੇਸ਼ਨ ਤੋਂ ਬਾਅਦ ਹੋਣ ਵਾਲੀ ਛੂਤ ਦੂਸ਼ਿਤ ਔਜ਼ਾਰਾਂ ਤੇ ਹਾਨੀਕਾਰਕ ਵਿਸ਼ਾਣੂਆਂ ਦੇ ਕਾਰਨ ਹੁੰਦੇ ਹਨ। ਬਹਰਹਾਲ ਜਦ ਐਸਡਲ ਆਪਣੇ ਮਰੀਜ਼ਾਂ ਨੂੰ ਸਮੂਹਣ ਦੀ ਅਵਸਥਾ ਵਿੱਚ ਇਹ ਸੁਝਾਅ ਦਿੰਦੇ ਸਨ ਉਹਨਾਂ ਨੂੰ ਕੋਈ ਸੰਕਰਮਣ ਜਾਂ ਸੈਪਟਿਕ ਨਹੀਂ ਹੋਵੇਗਾ, ਉਹਨਾਂ ਦਾ ਅਵਚੇਤਨ ਮਨ ਇਸ ਸੁਝਾਅ ਤੇ ਪ੍ਰਤੀਕਿਰਿਆ ਕਰ ਛੂਤ ਦੇ ਜੀਵਨ ਘਾਤੀ ਖਤਰਿਆਂ ਤੋਂ ਲੜਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੰਦਾ ਸੀ। ਜਰਾ ਇਸ ਬਾਰੇ ਸੋਚੋ, 150 ਸਾਲ ਪਹਿਲਾਂ ਇਸ
ਸਕਾਟਿਸ਼ ਸਰਜਨ ਨੇ ਇਹ ਖੋਜ ਲਿਆ ਸੀ ਕਿ ਅਵਚੇਤਨ ਮਨ ਦੀ ਚਮਤਕਾਰੀ ਸ਼ਕਤੀ ਦਾ ਇਸਤੇਮਾਲ ਕਿਵੇਂ ਕੀਤਾ ਜਾਵੇ। ਇਸ ਗੱਲ ਉੱਤੇ ਹੈਰਾਨੀ ਅਤੇ ਸ਼ਰਧਾ ਹੋਣੀ ਸੁਭਾਵਕ ਹੈ। ਜਿਹੜੀਆਂ ਪਰਾਭੌਤਿਕ ਸ਼ਕਤੀਆਂ ਨੇ ਡਾਕਟਰ ਐਸਡਲ ਨੂੰ ਪ੍ਰੇਰਿਤ ਕੀਤਾ ਅਤੇ ਉਹਨਾਂ ਦੇ ਮਰੀਜ਼ਾਂ ਨੂੰ ਮੌਤ ਤੋਂ ਬਚਾਇਆ, ਉਹਨਾਂ ਤੋਂ ਲਾਹਾ ਤੁਸੀਂ ਵੀ ਲੈ ਸਕਦੇ ਹੋ। ਤੁਹਾਡਾ ਅਵਚੇਤਨ ਮਨ ਤੁਹਾਨੂੰ ਸਮੇਂ ਅਤੇ ਥਾਂ ਦੇ ਬੰਧਨਾਂ ਤੋਂ ਪਰੇ ਕਰ ਸਕਦਾ ਹੈ। ਇਹ ਤੁਹਾਨੂੰ ਹਰ ਦਰਦ ਅਤੇ ਤਕਲੀਫ ਤੋਂ ਮੁਕਤ ਕਰ ਸਕਦਾ ਹੈ। ਇਹ ਤੁਹਾਡੀ ਸਾਰੀਆਂ ਸਮੱਸਿਆਵਾਂ ਦੇ ਜਵਾਬ ਦੇ ਸਕਦਾ ਹੈ, ਚਾਹੇ ਉਹ ਜਿਹੜੀਆਂ ਵੀ ਹੋਣ। ਤੁਹਾਡੇ ਅੰਦਰ ਇਹੋ ਜਿਹੀ ਸ਼ਕਤੀ ਅਤੇ ਗਿਆਨ ਹੈ ਜਿਹੜੀ ਤੁਹਾਡੀ ਬੁੱਧੀ ਤੋਂ ਪਰੇ ਹੈ ਅਤੇ ਤੁਸੀਂ ਇਸ ਦੇ ਚਮਤਕਾਰ ਉੱਤੇ ਹੈਰਾਨ ਹੋ ਸਕਦੇ ਹੋ। ਇਹ ਸਾਰੇ ਅਨੁਭਵ ਤੁਹਾਨੂੰ ਅਵਚੇਤਨ ਮਨ ਦੀ ਚਮਤਕਾਰੀ ਸ਼ਕਤੀਆਂ ਵਿੱਚ ਯਕੀਨ ਦਿਲਾਉਣਗੇ ਅਤੇ ਖੁਸ਼ੀ ਨਾਲ ਭਰ ਦੇਣਗੇ। ਅਵਚੇਤਨ ਮਨ ਤੁਹਾਡੇ ਜੀਵਨ ਦੀ ਪੁਸਤਕ ਹੈ। ਤੁਸੀਂ ਆਪਣੇ ਅਵਚੇਤਨ ਉੱਤੇ ਜੋ ਵੀ ਵਿਚਾਰ, ਵਿਸ਼ਵਾਸ, ਰਾਏ, ਸਿਧਾਂਤ ਜਾਂ ਮਤ ਲਿਖਦੇ ਹੋ, ਉਕਰਦੇ ਹੋ ਜਾਂ ਛਾਪ ਛੱਡਦੇ ਹੋ, ਉਹ ਪਰਿਸਥਿਤੀਆਂ, ਸਥਿਤੀਆਂ ਅਤੇ ਘਟਨਾਵਾਂ ਦੇ ਰੂਪ ਵਿੱਚ ਪ੍ਰਗਟ ਹੋ ਜਾਂਦੇ ਹਨ। ਤੁਸੀਂ ਅੰਦਰ ਜੋ ਲਿਖੋਗੇ, ਬਾਹਰ ਵੀ ਉਹੀ ਅਨੁਭਵ ਹੋਵੇਗਾ। ਤੁਹਾਡੇ ਜੀਵਨ ਦੇ ਦੋ ਪਹਿਲੂ ਹਨ, ਯਥਾਰਥਵਾਦੀ ਅਤੇ ਕਲਪਨਾਵਾਦੀ, ਦ੍ਰਿਸ਼ ਅਤੇ ਅਦ੍ਰਿਸ਼, ਵਿਚਾਰ ਅਤੇ ਅਭਿਵਿਅਕਤੀ। ਤੁਹਾਡਾ ਵਿਚਾਰ ਤੰਤੂਆਂ ਦੇ ਭਾਂਬੜ ਦੇ ਰੂਪ ਵਿੱਚ ਤੁਹਾਡੇ ਸੈਰੀਬਰਲ ਕੋਰਟੈਕਸ ਵਿੱਚ ਪਹੁੰਚਦਾ ਹੈ, ਜਿਹੜਾ ਤੁਹਾਡੇ ਚੇਤਨ ਤਾਰਕਿਕ ਮਨ ਦਾ ਅੰਗ ਹੈ। ਜਦੋਂ ਤੁਹਾਡਾ ਚੇਤਨ ਜਾਂ ਯਥਾਰਥਵਾਦੀ ਮਸਤਿਸ਼ਕ ਵਿਚਾਰ ਨੂੰ ਪੂਰੀ ਤਰ੍ਹਾਂ ਸਵੀਕਾਰ ਕਰ ਲੈਂਦਾ ਹੈ ਤਾਂ ਇਹ ਮਸਤਿਸ਼ਕ ਦੇ ਦੂਜੇ ਹਿੱਸੇ ਤੱਕ ਪੁੱਜਦਾ ਹੈ, ਜਿੱਥੇ ਇਹ ਸਾਕਾਰ ਹੋ ਜਾਂਦਾ ਹੈ ਅਤੇ ਹਾਲਾਤਾਂ ਦਾ ਰੂਪ ਲੈ ਲੈਂਦਾ ਹੈ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ, ਤੁਹਾਡਾ ਅਵਚੇਤਨ ਬਹਿਸ ਨਹੀਂ ਕਰ ਸਕਦਾ। ਇਹ ਤਾਂ ਸਿਰਫ ਉਸ 'ਤੇ ਅਮਲ ਕਰਦਾ ਹੈ ਜਿਹੜਾ ਤੁਸੀਂ ਇਸ ਉੱਤੇ ਲਿਖਿਆ ਹੈ। ਇਹ ਤੁਹਾਡੇ ਚੇਤਨ ਮਨ ਦੇ ਨਤੀਜਿਆਂ ਜਾਂ ਤੁਹਾਡੇ ਨਿਰਣੇ ਨੂੰ ਅੰਤਮ ਮੰਨ ਲੈਂਦਾ ਹੈ। ਇਸ ਲਈ ਤੁਸੀਂ ਹਮੇਸ਼ਾ ਆਪਣੇ ਜੀਵਨ ਦੀ ਪੁਸਤਕ ਲਿਖ ਰਹੇ ਹੋ, ਕਿਉਂਕਿ ਤੁਹਾਡੇ ਵਿਚਾਰ ਹੀ ਆਖਰ ਵਿੱਚ ਤੁਹਾਡੇ ਅਨੁਭਵ ਬਣ ਜਾਂਦੇ ਹਨ। ਅਮਰੀਕੀ ਦਾਰਸ਼ਨਿਕ ਰਾਲਫ ਵਾਲਡੋ ਐਮਰਸਨ ਨੇ ਕਿਹਾ ਸੀ, ਮਨੁੱਖ ਉਹੀ ਬਣ ਜਾਂਦਾ ਹੈ ਜਿਹੜਾ ਉਹ ਸਾਰਾ ਦਿਨ ਸੋਚਦਾ ਰਹਿੰਦਾ ਹੈ। ਅਵਚੇਤਨ ਉੱਤੇ ਜਿਹੜੀ ਛਾਪ ਪੈਂਦੀ ਹੈ ਉਹੀ ਵਿਅਕਤ ਹੁੰਦੀ ਹੈ। ਅਮਰੀਕੀ ਮਨੋਵਿਗਿਆਨੀਆਂ ਦੇ ਮੋਢੀ ਵਿਲੀਅਮ ਜੇਮਸ ਨੇ ਕਿਹਾ ਸੀ ਕਿ ਤੁਹਾਡੇ ਅਵਚੇਤਨ ਮਨ ਵਿੱਚ ਦੁਨੀਆ ਨੂੰ ਹਿਲਾਉਣ ਦੀ ਸ਼ਕਤੀ ਹੈ। ਇਸ ਵਿੱਚ ਅਸੀਮ ਗਿਆਨ ਅਤੇ ਬੁੱਧੀਮਤਾ ਹੈ। ਇਸ ਨੂੰ ਛੁਪੇ ਹੋਏ ਸਰੋਤਾਂ ਤੋਂ ਖੁਰਾਕ ਮਿਲਦੀ ਹੈ ਅਤੇ ਇਸ ਨੂੰ ਜੀਵਨ ਦਾ ਨਿਯਮ ਕਿਹਾ ਜਾਂਦਾ ਹੈ। ਤੁਸੀਂ ਆਪਣੇ ਅਵਚੇਤਨ ਮਨ ਉੱਤੇ ਜੋ ਵੀ ਛਾਪ ਛੱਡਦੇ ਹੋ, ਇਹ ਉਸ ਨੂੰ ਸਾਕਾਰ ਕਰਨ ਲਈ ਜ਼ਮੀਨ ਅਸਮਾਨ ਇੱਕ ਕਰ ਦੇਵੇਗਾ। ਇਸ ਲਈ ਤੁਹਾਨੂੰ ਇਸ ਉੱਤੇ ਸਿਰਫ ਸਹੀ ਅਤੇ ਸਿਰਜਣਾਤਮਕ ਵਿਚਾਰਾਂ ਦੀ ਹੀ ਛਾਪ ਛੱਡਣੀ ਚਾਹੀਦੀ ਹੈ। ਦੁਨੀਆਂ ਵਿੱਚ ਇੰਨੀ ਅਵਿਵਸਥਾ ਅਤੇ ਦੁੱਖ ਇਸ ਲਈ ਹਨ ਕਿਉਂਕਿ ਜ਼ਿਆਦਾਤਰ ਲੋਕ ਆਪਣੇ ਚੇਤਨ ਅਤੇ ਅਵਚੇਤਨ ਮਨ ਦੇ ਆਪਸੀ ਸੰਬੰਧਾਂ ਨੂੰ ਨਹੀਂ ਸਮਝਦੇ। ਜਦੋਂ ਇਹ ਦੋਵੇਂ ਅਨੁਰੂਪ ਅਤੇ ਸੁਖਮਈ ਤਾਲਮੇਲ ਵਿੱਚ ਹੁੰਦੇ ਹਨ ਤਾਂ ਤੁਹਾਨੂੰ ਸਿਹਤ, ਖੁਸ਼ੀ, ਸ਼ਾਂਤੀ ਅਤੇ ਸੁੱਖ ਮਿਲਦਾ ਹੈ। ਜਦੋਂ ਚੇਤਨ ਅਤੇ ਅਵਚੇਤਨ ਮਨ ਇਕਸੁਰਤਾ ਅਤੇ ਸ਼ਾਂਤੀ ਨਾਲ ਮਿਲ ਕੇ ਕੰਮ ਕਰਦੇ ਹਨ ਤਾਂ ਕੋਈ ਬਿਮਾਰੀ ਜਾਂ ਮਤਭੇਦ ਨਹੀਂ ਹੁੰਦਾ। ਪ੍ਰਾਚੀਨ ਜਗਤ ਵਿੱਚ ਹਰਮੀਜ਼ ਟ੍ਰਿਸਮੇਗਿਸਟਸ ਨੂੰ ਦੁਨੀਆ ਦਾ ਸਭ ਤੋਂ ਮਹਾਨ ਅਤੇ ਸ਼ਕਤੀਸ਼ਾਲੀ ਜਾਦੂਗਰ ਮੰਨਿਆ ਜਾਂਦਾ ਸੀ। ਉਹਨਾਂ ਦੀ ਮੌਤ ਤੋਂ ਸਦੀਆਂ ਬਾਅਦ ਜਦੋਂ ਉਹਨਾਂ ਦੀ ਕਬਰ ਖੋਲ੍ਹੀ ਗਈ ਤਾਂ ਪ੍ਰਾਚੀਨ ਜਗਤ ਨੂੰ ਜਾਣਨ ਵਾਲੇ ਲੋਕਾਂ ਵਿੱਚ ਬੜੀ ਉਤਸੁਕਤਾ ਸੀ। ਕਿਹਾ ਜਾ ਰਿਹਾ ਸੀ ਕਿ ਕਬਰ ਦੇ ਅੰਦਰ ਯੁੱਗਾਂ ਯੁੱਗਾਂ ਦਾ ਸਭ ਤੋਂ ਵੱਡਾ ਰਹੱਸ ਮਿਲੇਗਾ ਅਤੇ ਇਹ ਮਿਲਿਆ ਵੀ। ਇਹ ਰਹੱਸ ਸੀ, ਜਿਹੋ ਜਿਹਾ ਅੰਦਰ ਤਿਹੋ ਜਿਹਾ ਬਾਹਰ, ਜਿਵੇਂ ਉੱਪਰ ਤਿਵੇਂ ਥੱਲੇ। ਦੂਜੇ ਸ਼ਬਦਾਂ ਵਿੱਚ ਤੁਸੀਂ ਆਪਣੇ ਅਵਚੇਤਨ ਮਨ ਉੱਤੇ ਜੋ ਵੀ ਛਾਪ ਛੱਡੋਗੇ ਉਹ ਬਾਹਰ ਵਿਅਕਤ ਹੋਵੇਗੀ। ਮੇਜੋਸ ਈਸਾਈਆਂ, ਈਸਾ ਮਸੀਹ, ਬੁੱਧ, ਜ਼ੋਰੋਆਸਟਰ, ਲਾਓਤਸੇ ਅਤੇ ਯੁੱਗਾਂ ਯੁੱਗਾਂ ਦੀਆਂ ਸਾਰੀਆਂ ਮਸ਼ਹੂਰ ਹਸਤੀਆਂ ਨੇ ਵੀ ਇਸੇ ਸੱਚ ਦੀ ਪੁਸ਼ਟੀ ਕੀਤੀ। ਤੁਸੀਂ ਵਿਅਕਤੀਗਤ ਤੌਰ 'ਤੇ ਜਿਸ ਨੂੰ ਸੱਚ ਮੰਨਦੇ ਹੋ ਉਹ ਸਥਿਤੀਆਂ, ਅਨੁਭਵਾਂ ਅਤੇ ਘਟਨਾਵਾਂ ਦੇ ਰੂਪ ਵਿੱਚ ਵਿਕਸਿਤ ਹੋਵੇਗਾ। ਗਤੀ ਤੇ ਭਾਵਨਾ ਵਿੱਚ ਸੰਤੁਲਨ ਹੋਣਾ ਹੀ ਹੈ। ਜਿਵੇਂ ਸੁਰਗ ਤੁਹਾਡਾ ਆਪਣਾ ਮਸਤਿਸ਼ਕ ਵਿੱਚ ਹੈ, ਤਿਵੇਂ ਹੀ ਧਰਤੀ 'ਤੇ ਤੁਹਾਡੇ ਸਰੀਰ ਅਤੇ ਮਾਹੌਲ ਹੋਵੇਗਾ। ਇਹੀ ਜੀਵਨ ਦਾ ਮਹਾਨ ਨਿਯਮ ਹੈ। ਕਿਰਿਆ ਤੇ ਪ੍ਰਤੀਕਿਰਿਆ
ਸਥਿਰਤਾ ਅਤੇ ਗਤੀ ਦਾ ਇਹ ਨਿਯਮ ਤੁਹਾਨੂੰ ਸਮੁੱਚੀ ਪ੍ਰਕਿਰਤੀ ਵਿੱਚ ਮਿਲੇਗਾ। ਇਹਨਾਂ ਦੋਨਾਂ ਵਿੱਚ ਸੰਤੁਲਨ ਹੋਣ 'ਤੇ ਹੀ ਇੱਕ ਸੁਰਤਾ ਅਤੇ ਸੰਤੁਲਨ ਬਣੇਗਾ। ਤੁਸੀਂ ਦੁਨੀਆ ਵਿੱਚ ਇਸ ਲਈ ਹੋ ਤਾਂ ਕਿ ਜੀਵਨ ਦਾ ਸਿਧਾਂਤ ਤੁਹਾਡੇ ਅੰਦਰ ਲੈਅਬੱਧ ਤਰੀਕੇ ਅਤੇ ਇੱਕ ਸੁਰਤਾ ਨਾਲ ਪ੍ਰਵਾਹਿਤ ਹੋ ਸਕੇ। ਅੰਦਰ ਜਾਣ ਅਤੇ ਬਾਹਰ ਨਿਕਲਣ ਵਾਲੀਆਂ ਚੀਜ਼ਾਂ ਬਰਾਬਰ ਹੋਣੀਆਂ ਚਾਹੀਦੀਆਂ ਹਨ। ਅੰਦਰਲੀ ਅਤੇ ਬਾਹਰਲੀ ਅਭਿਵਿਅਕਤੀ ਬਰਾਬਰ ਹੋਣੀ ਚਾਹੀਦੀ ਹੈ। ਤੁਹਾਡੀ ਸਾਰੀਆਂ ਕੁੰਠਾਵਾਂ ਦਾ ਕਾਰਨ ਅਪੂਰਨ ਇੱਛਾਵਾਂ ਹਨ। ਜੇਕਰ ਤੁਸੀਂ ਨਕਾਰਾਤਮਕ, ਵਿਨਾਸ਼ਕ ਅਤੇ ਦੁਸ਼ਟ ਵਿਚਾਰ ਰੱਖਦੇ ਹੋ ਤਾਂ ਇਹ ਵਿਚਾਰ ਵਿਨਾਸ਼ਕ ਭਾਵ ਪੈਦਾ ਕਰਦੇ ਹਨ। ਇਹ ਭਾਵ ਬਾਹਰ ਨਿਕਲਣ ਦਾ ਕੋਈ ਨਾ ਕੋਈ ਰਾਹ ਲੱਭ ਹੀ ਲੈਣਗੇ ਅਤੇ ਕਿਸੇ ਨਾ ਕਿਸੇ ਤਰ੍ਹਾਂ ਵਿਅਕਤ ਹੋਣਗੇ। ਕਿਉਂਕਿ ਇਹਨਾਂ ਭਾਵਾਂ ਦੀ ਪ੍ਰਕਿਰਤੀ ਨਕਾਰਾਤਮਕ ਹੈ, ਇਸ ਲਈ ਇਹ ਆਮ ਕਰਕੇ ਅਲਸਰ, ਹਿਰਦੇ ਰੋਗ, ਤਣਾਅ ਅਤੇ ਚਿੰਤਾ ਦੇ ਰੂਪ ਵਿੱਚ ਵਿਅਕਤ ਹੁੰਦੇ ਹਨ। ਆਪਣੇ ਬਾਰੇ ਤੁਹਾਡੀ ਕੀ ਸੋਚ ਜਾਂ ਭਾਵਨਾ ਹੈ? ਤੁਹਾਡੇ ਅਸਤਿਤਵ ਦਾ ਹਰ ਹਿੱਸਾ ਉਸੇ ਸੋਚ ਦੀ ਅਭਿਵਿਅਕਤੀ ਹੈ। ਤੁਹਾਡੀ ਚੁਸਤੀ, ਸਰੀਰ, ਵਿੱਤੀ ਸਥਿਤੀ, ਦੋਸਤ ਅਤੇ ਸਮਾਜਿਕ ਮਾਣ ਉਹਨਾਂ ਵਿਚਾਰਾਂ ਦਾ ਪਰਛਾਵਾਂ ਹੈ ਜਿਹੜੇ ਤੁਹਾਡੇ ਆਪਣੇ ਬਾਰੇ 'ਚ ਹਨ। ਇਸ ਗੱਲ ਦਾ ਸੱਚਾ ਅਰਥ ਇਹ ਹੈ ਕਿ ਤੁਸੀਂ ਆਪਣੇ ਅਵਚੇਤਨ ਮਨ ਉੱਤੇ ਜੋ ਛਾਪ ਛੱਡਦੇ ਹੋ ਉਹ ਤੁਹਾਡੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਬਾਹਰੋਂ ਵਿਅਕਤ ਹੁੰਦੀ ਹੈ। ਅਸੀਂ ਆਪਣੀ ਨਕਾਰਾਤਮਕ ਸੋਚ ਨਾਲ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦੇ ਹਨ। ਤੁਸੀਂ ਕਿੰਨੀ ਵਾਰੀ ਗੁੱਸਾ ਹੋ ਕੇ, ਡਰ ਕੇ, ਸੜ ਕੇ ਜਾਂ ਬਦਲੇ ਦੀ ਭਾਵਨਾ ਨਾਲ ਆਪਣੇ ਆਪ ਨੂੰ ਨੁਕਸਾਨ ਪਹੁੰਚਾਇਆ ਹੈ? ਇਹ ਜ਼ਹਿਰ ਤੁਹਾਡੇ ਅਵਚੇਤਨ ਮਨ ਵਿੱਚ ਦਾਖਲ ਹੋ ਜਾਂਦੇ ਹਨ। ਤੁਸੀਂ ਇਹਨਾਂ ਨਕਾਰਾਤਮਕ ਨਜ਼ਰੀਏ ਨਾਲ ਪੈਦਾ ਨਹੀਂ ਹੋਏ ਸੀ। ਆਪਣੇ ਅਵਚੇਤਨ ਮਨ ਨੂੰ ਜੀਵਨਦਾਈ ਵਿਚਾਰ ਦਿਓਗੇ ਤਾਂ ਇਸ ਦੇ ਅੰਦਰਲੇ ਸਾਰੇ ਨਕਾਰਾਤਮਕ ਵਿਚਾਰ ਮਿਟਣ ਲੱਗਣਗੇ। ਇਹ ਕੰਮ ਲਗਾਤਾਰ ਕਰਨ ਅਤੇ ਸਾਰਾ ਅਤੀਤ ਮਿਟ ਜਾਵੇਗਾ ਅਤੇ ਅਵਚੇਤਨ ਮਨ ਨੂੰ ਭੁਲਾ ਦੇਵੇਗਾ। ਅਵਚੇਤਨ ਚਮੜੀ ਰੋਗ ਠੀਕ ਕਰਦਾ ਹੈ। ਅਵਚੇਤਨ ਮਨ ਦੀ ਉਪਚਾਰ ਸ਼ਕਤੀ ਦਾ ਸਭ ਤੋਂ ਭਰੋਸੇਯੋਗ ਪ੍ਰਮਾਣ ਵਿਅਕਤੀਗਤ ਉਪਚਾਰ ਹੈ। 40 ਸਾਲ ਪਹਿਲਾਂ ਮੈਨੂੰ ਚਮੜੀ ਰੋਗ ਹੋਇਆ। ਮੈਂ ਸਾਰੇ ਵਧੀਆ ਡਾਕਟਰਾਂ ਕੋਲ ਗਿਆ ਜਿਨ੍ਹਾਂ ਨੇ ਸਾਰੇ ਅਜੋਕੇ ਉਪਚਾਰ ਅਜ਼ਮਾਏ। ਕਿਸੇ ਨੂੰ ਵੀ ਫਾਇਦਾ ਨਹੀਂ ਹੋਇਆ। ਚਮੜੀ ਰੋਗ ਵਿਗੜਦਾ ਹੀ ਗਿਆ। ਫਿਰ ਇੱਕ ਦਿਨ ਇੱਕ ਧਰਮ ਗੁਰੂ ਜਿਨ੍ਹਾਂ ਨੂੰ ਮਨੋਵਿਗਿਆਨ ਦਾ ਬਹੁਤ ਵਿਸ਼ਾਲ ਗਿਆਨ ਸੀ ਨੇ ਮੈਨੂੰ 139ਵੇਂ ਭਜਨ ਦਾ ਗੂੜ੍ਹ ਅਰਥ ਸਮਝਾਇਆ। ਉਹਨਾਂ ਨੇ ਮੇਰਾ ਧਿਆਨ ਇਸ ਵਾਕ ਵੱਲ ਦਵਾਇਆ। ਆਪਣੀ ਪੁਸਤਕ ਵਿੱਚ ਮੇਰੇ ਸਾਰੇ ਅੰਗ ਹਨ ਜਿਹੜੇ ਲਗਾਤਾਰ ਬਣਾਏ ਗਏ ਹਨ ਜਦੋਂ ਉਹਨਾਂ ਵਿੱਚੋਂ ਕੋਈ ਵੀ ਨਹੀਂ ਸੀ। ਉਹਨਾਂ ਨੇ ਸਪਸ਼ਟ ਕੀਤਾ ਕਿ ਪੁਸਤਕ ਦਾ ਮਤਲਬ ਮੇਰਾ ਅਵਚੇਤਨ ਮਸਤਿਸ਼ਕ ਹੈ ਜਿਸ ਨੇ ਇੱਕ ਨਿੱਕੀ ਜਿਹੀ ਮੂਲ ਕੋਸ਼ਿਕਾ ਤੋਂ ਮੇਰੇ ਸਾਰੇ ਅੰਗ ਬਣਾਏ ਹਨ। ਉਹਨਾਂ ਨੇ ਇਸ਼ਾਰਾ ਕੀਤਾ ਕਿ ਚੂੰਕਿ ਮੇਰੇ ਅਵਚੇਤਨ ਮਨ ਨੇ ਮੇਰੇ ਸਰੀਰ ਨੂੰ ਬਣਾਇਆ ਹੈ ਇਸ ਲਈ ਇਸ ਨੂੰ ਦੁਬਾਰਾ ਬਣਾ ਸਕਦਾ ਹੈ। ਅੰਤਰਨ ਹਿੱਤ ਆਦਰਸ਼ ਰੂਪ ਰੇਖਾ ਦੇ ਅਨੁਰੂਪ ਇਸ ਦਾ ਉਪਚਾਰ ਵੀ ਕਰ ਸਕਦਾ ਹੈ। ਇਸ ਧਰਮ ਗੁਰੂ ਨੇ ਆਪਣੀ ਘੜੀ ਵੱਲ ਇਸ਼ਾਰਾ ਕੀਤਾ। ਉਹਨਾਂ ਨੇ ਮੈਨੂੰ ਦੱਸਿਆ, ਇਸ ਘੜੀ ਨੂੰ ਦੇਖ ਰਹੇ ਹੋ? ਇਸ ਨੂੰ ਕਿਸੇ ਨੇ ਬਣਾਇਆ ਸੀ, ਲੇਕਿਨ ਇਸ ਮੂਰਤ ਰੂਪ ਵਿੱਚ ਆਉਣ ਤੋਂ ਪਹਿਲਾਂ ਘੜੀ ਬਣਾਉਣ ਵਾਲੇ ਦੇ ਦਿਮਾਗ ਵਿੱਚ ਇਸ ਦਾ ਸਪਸ਼ਟ ਵਿਚਾਰ ਸੀ। ਜੇਕਰ ਕਿਸੇ ਕਾਰਨ ਘੜੀ ਸਹੀ ਕੰਮ ਨਾ ਕਰੇ ਤਾਂ ਇਸ ਦੇ ਮੁੱਢਲੇ ਵਿਚਾਰ ਦੀ ਮਦਦ ਨਾਲ ਘੜੀ ਬਣਾਉਣ ਵਾਲੇ ਨੂੰ ਉਹ ਗਿਆਨ ਮਿਲ ਜਾਵੇਗਾ ਜਿਸ ਨਾਲ ਉਹ ਇਸ ਨੂੰ ਸੁਧਾਰ ਸਕਦਾ ਹੈ। ਮੈਂ ਸਮਝ ਗਿਆ ਕਿ ਇਸ ਤੁਲਨਾ ਨਾਲ ਉਹ ਮੈਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੇਰੇ ਸਰੀਰ ਦੀ ਰਚਨਾ ਕਰਨ ਵਾਲੀ ਅਵਚੇਤਨ ਬੁੱਧੀ ਘੜੀ ਬਣਾਉਣ ਵਾਲੇ ਵਾਂਗ ਹੈ। ਇਹ ਠੀਕ ਠਾਕ ਜਾਣਦੀ ਹੈ ਕਿ ਮੇਰੇ ਸਰੀਰ ਦੀ ਸਾਰੀ ਮਹੱਤਵਪੂਰਨ ਕਿਰਿਆਵਾਂ ਅਤੇ ਪ੍ਰਤੀਕਿਰਿਆਵਾਂ ਦਾ ਉਪਚਾਰ ਕਿਵੇਂ ਕੀਤਾ ਜਾਵੇ, ਸਰੀਰ ਨੂੰ ਦੁਬਾਰਾ ਕਿਵੇਂ ਬਣਾਇਆ ਜਾਵੇ ਅਤੇ ਮਾਰਗ ਦਰਸ਼ਨ ਕਿਵੇਂ ਦਿੱਤਾ ਜਾਵੇ। ਲੇਕਿਨ ਇਸ ਕੰਮ ਨੂੰ ਸਹੀ ਤਰੀਕੇ ਨਾਲ ਕਰਵਾਉਣ ਲਈ ਮੈਨੂੰ ਇਸ ਨੂੰ ਸਿਹਤ ਦਾ ਆਦਰਸ਼ ਵਿਚਾਰ ਦੇਣਾ ਹੋਵੇਗਾ। ਇਹ ਆਦਰਸ਼ ਵਿਚਾਰ ਉਹ ਕਾਰਨ ਬਣ ਜਾਵੇਗਾ ਜਿਸ ਦਾ ਨਤੀਜਾ ਉਪਚਾਰ ਹੋਵੇਗਾ। ਮੈਂ ਇੱਕ ਬੜੀ ਸੌਖੀ ਤੇ ਸਿੱਧੀ ਪ੍ਰਾਰਥਨਾ ਤਿਆਰ ਕੀਤੀ। ਮੇਰਾ ਸਰੀਰ ਤੇ ਇਸ ਦੇ ਸਾਰੇ ਅੰਗ ਮੇਰੇ ਅਵਚੇਤਨ ਮਨ ਦੀ ਅਸੀਮ ਬੁੱਧੀ ਨੇ ਬਣਾਏ ਹਨ। ਇਹ ਜਾਣਦਾ ਹੈ ਕਿ ਮੇਰਾ ਉਪਚਾਰ ਕਿਵੇਂ ਕੀਤਾ ਜਾਵੇ। ਇਸ ਦੀ ਬੁੱਧੀ ਨੇ ਮੇਰੇ ਸਾਰੇ ਅੰਗ, ਊਤਕ, ਮਾਸਪੇਸ਼ੀਆਂ ਅਤੇ ਹੱਡੀਆਂ ਬਣਾਈਆਂ ਹਨ। ਮੇਰੇ ਅੰਦਰਲੇ ਦੀ ਇਹ ਅਸੀਮ ਉਪਚਾਰਕ ਸ਼ਕਤੀ ਮੇਰੇ ਅਸਤਿਤਵ ਦੀ ਹਰ ਕੋਸ਼ਿਕਾ ਨੂੰ ਬਦਲਦੀ ਜਾ ਰਹੀ ਹੈ ਅਤੇ ਮੈਨੂੰ ਸੰਪੂਰਨ ਬਣਾ ਰਹੀ ਹੈ।
ਮੈਂ ਉਸ ਉਪਚਾਰ ਲਈ ਧੰਨਵਾਦ ਦਿੰਦਾ ਹਾਂ ਜਿਹੜੀ ਮੈਂ ਜਾਣਦਾ ਹਾਂ ਕਿ ਇਸ ਸਮੇਂ ਹੋ ਰਿਹਾ ਹੈ। ਮੇਰੇ ਅੰਦਰਲੇ ਦੀ ਰਚਨਾਤਮਕ ਬੁੱਧੀ ਵਿੱਚ ਅਦਭੁਤ ਸ਼ਕਤੀਆਂ ਹਨ। ਮੈਂ ਇਸ ਸੌਖੀ ਪ੍ਰਾਰਥਨਾ ਨੂੰ 5 ਮਿੰਟ ਤਾਈਂ ਹਰ ਰੋਜ਼ 2-3 ਵਾਰੀ ਜ਼ੋਰ-ਜ਼ੋਰ ਨਾਲ ਦੁਹਰਾਉਂਦਾ ਗਿਆ। ਤਕਰੀਬਨ 3 ਮਹੀਨਿਆਂ ਬਾਅਦ ਮੇਰੀ ਚਮੜੀ ਪੂਰੀ ਤਰ੍ਹਾਂ ਠੀਕ ਹੋ ਗਈ। ਚਮੜੀ ਰੋਗ ਗਾਇਬ ਹੋ ਗਿਆ। ਮੇਰਾ ਡਾਕਟਰ ਹੈਰਾਨ ਰਹਿ ਗਿਆ, ਲੇਕਿਨ ਮੈਂ ਜਾਣਦਾ ਸੀ ਕਿ ਕੀ ਹੋਇਆ ਸੀ। ਮੈਂ ਆਪਣੇ ਅਵਚੇਤਨ ਮਨ ਨੂੰ ਸੰਪੂਰਨਤਾ, ਸੁੰਦਰਤਾ ਅਤੇ ਪੂਰਨਤਾ ਦੀ ਜੀਵਨਦਾਈ ਰੂਪ ਰੇਖਾ ਦੇ ਦਿੱਤੀ ਸੀ। ਇਸ ਨੇ ਮੇਰੇ ਅਵਚੇਤਨ ਮਨ ਤੋਂ ਉਹਨਾਂ ਨਕਾਰਾਤਮਕ ਵਿਚਾਰਾਂ ਅਤੇ ਪਰਛਾਵਿਆਂ ਨੂੰ ਬਾਹਰ ਕੱਢ ਦਿੱਤਾ ਜਿਹੜੀਆਂ ਮੇਰੀ ਸਾਰੀ ਸਮੱਸਿਆਵਾਂ ਦਾ ਕਾਰਨ ਸੀ। ਤੁਹਾਡੇ ਸਰੀਰ ਉੱਤੇ ਕੋਈ ਚੀਜ਼ ਤਦੋਂ ਤੱਕ ਪ੍ਰਗਟ ਨਹੀਂ ਹੁੰਦੀ ਜਦੋਂ ਇਹ ਪਹਿਲੇ ਤੁਹਾਡੇ ਮਸਤਿਸ਼ਕ ਵਿੱਚ ਨਾ ਹੋਵੇ। ਜਦੋਂ ਤੁਸੀਂ ਲਗਾਤਾਰ ਸਕਾਰਾਤਮਕ ਗੱਲਾਂ ਨਾਲ ਆਪਣੇ ਮਸਤਿਸ਼ਕ ਨੂੰ ਬਦਲਦੇ ਹੋ ਤਾਂ ਤੁਸੀਂ ਆਪਣੇ ਸਰੀਰ ਨੂੰ ਬਦਲ ਲੈਂਦੇ ਹੋ। ਇਹੀ ਸਾਰੇ ਉਪਚਾਰ ਦਾ ਆਧਾਰ ਹੈ। ਤੁਹਾਡੇ ਕੰਮ ਅਦਭੁਤ ਹਨ ਅਤੇ ਮੇਰੀ ਆਤਮਾ, ਅਵਚੇਤਨ ਮਨ ਹਰ ਚੀਜ਼ ਸਹੀ ਜਾਣਦੀ ਹੈ। ਚੇਤਨ ਸਰੀਰ ਦੇ ਸਾਰੇ ਕੰਮਾਂ ਨੂੰ ਕਿਵੇਂ ਕਾਬੂ ਕਰਦਾ ਹੈ? ਭਾਵੇਂ ਤੁਸੀਂ ਜਾਗੇ ਹੋ ਜਾਂ ਸੁੱਤੇ, ਤੁਹਾਡੇ ਅਵਚੇਤਨ ਮਨ ਦੀ ਅਥਾਹ ਸ਼ਕਤੀ ਤੁਹਾਡੇ ਸਰੀਰ ਦੇ ਸਾਰੇ ਮਹੱਤਵਪੂਰਨ ਕਾਰਜਾਂ ਨੂੰ ਨਿਯੰਤਰਿਤ ਕਰਦੀ ਹੈ। ਇਸ ਵਿੱਚ ਤੁਹਾਡੇ ਚੇਤਨ ਮਨ ਨੂੰ ਕਿਸੇ ਤਰ੍ਹਾਂ ਦੇ ਦਖਲ ਦੇਣ ਦੀ ਲੋੜ ਨਹੀਂ ਹੁੰਦੀ। ਜਦੋਂ ਤੁਸੀਂ ਸੌਂ ਜਾਂਦੇ ਹੋ, ਜਦੋਂ ਵੀ ਤੁਹਾਡਾ ਹਿਰਦਾ ਧੜਕਦਾ ਹੈ, ਤੁਹਾਡੇ ਸੀਨੇ ਅਤੇ ਫੇਫੜਿਆਂ ਦੀਆਂ ਮਾਸਪੇਸ਼ੀਆਂ ਫੇਫੜਿਆਂ ਵਿੱਚ ਹਵਾ ਭਰਦੀ ਤੇ ਕੱਢਦੀ ਰਹਿੰਦੀ ਹੈ। ਤੁਹਾਡੇ ਸਰੀਰ ਵਿੱਚੋਂ ਕੋਸ਼ਿਕਾਵਾਂ ਦੇ ਕਾਰਜ ਕਾਰਨ ਕੱਢੀ ਹੋਈ ਕਾਰਬਨ ਡਾਈਆਕਸਾਈਡ ਦੇ ਬਦਲੇ ਤਾਜ਼ੀ ਆਕਸੀਜਨ ਭਰ ਲਈ ਜਾਂਦੀ ਹੈ, ਜਿਸ ਦੀ ਤੁਹਾਨੂੰ ਕੰਮ ਕਰਨ ਸਮੇਂ ਲੋੜ ਹੁੰਦੀ ਹੈ। ਤੁਹਾਡਾ ਅਵਚੇਤਨ ਮਨ ਤੁਹਾਡੀ ਪਾਚਕ ਕਿਰਿਆਵਾਂ ਅਤੇ ਗ੍ਰੰਥੀਆਂ ਦੇ ਰਿਸਣ ਪਦਾਰਥਾਂ ਤੋਂ ਇਲਾਵਾ ਤੁਹਾਡੇ ਸਰੀਰ ਦੇ ਹੋਰ ਸਾਰੇ ਅਦਭੁਤ ਜਟਲ ਕਾਰਜਾਂ ਨੂੰ ਨਿਯੰਤਰਿਤ ਕਰਦਾ ਹੈ। ਇਹ ਸਾਰਾ ਕੁਝ ਲਗਾਤਾਰ ਹੁੰਦਾ ਰਹਿੰਦਾ ਹੈ, ਭਾਵੇਂ ਤੁਸੀਂ ਜਾਗਦੇ ਹੋਵੋ ਜਾਂ ਸੁੱਤੇ। ਜੇਕਰ ਤੁਹਾਨੂੰ ਆਪਣੇ ਸਰੀਰ ਦੇ ਸਾਰੇ ਕਾਰਜ ਚੇਤਨ ਮਨ ਨਾਲ ਕਰਨੇ ਪੈਣ ਤਾਂ ਤੁਹਾਡੀ ਮਸ਼ੀਨ ਨਿਸ਼ਚਿਤ ਤੌਰ 'ਤੇ ਅਸਫਲ ਹੋ ਜਾਵੇਗੀ। ਤੁਸੀਂ ਸ਼ਾਇਦ ਬਹੁਤ ਛੇਤੀ ਮਰ ਜਾਓਗੇ। ਇਹ ਪ੍ਰਕਿਰਿਆਵਾਂ ਬਹੁਤ ਜਟਲ ਹਨ ਅਤੇ ਆਪਸ ਵਿੱਚ ਬੁਰੀ ਤਰ੍ਹਾਂ ਗੁੱਥੀਆਂ ਹੋਈਆਂ ਵੀ। ਹਾਰਟ ਲੰਗ ਮਸ਼ੀਨ, ਇਸ ਦਾ ਇਸਤੇਮਾਲ ਓਪਨ ਹਾਰਟ ਸਰਜਰੀ ਵਿੱਚ ਕੀਤਾ ਜਾਂਦਾ ਹੈ, ਅਜੋਕੀ ਚਿਕਿਤਸਾ ਤਕਨੀਕ ਦਾ ਚਮਤਕਾਰ ਹੈ। ਬਹਰਹਾਲ, ਇਸ ਦੇ ਕਾਰਜ ਤੁਹਾਡੇ ਅਵਚੇਤਨ ਮਨ ਦੀ ਤੁਲਨਾ ਵਿੱਚ ਬੜੇ ਸੌਖੇ ਹਨ, ਜਿਹੜਾ ਕਿ ਸਾਲ ਦੇ 365 ਦਿਨ ਕੰਮ ਕਰਦਾ ਹੈ ਅਤੇ ਉਹ ਵੀ 24 ਘੰਟੇ ਲਗਾਤਾਰ। ਮੰਨ ਲਓ ਤੁਸੀਂ ਕਿਸੇ ਸੁਪਰਸੋਨਿਕ ਜੇਟ ਲਾਈਨਰ ਵਿੱਚ ਬੈਠ ਕੇ ਸਮੁੰਦਰ ਦੇ ਉੱਪਰੋਂ ਦੀ ਗੁਜ਼ਰ ਰਹੇ ਹੋ ਅਤੇ ਕਾਕਪਿਟ ਵਿੱਚ ਵੜ ਜਾਓ। ਨਿਸ਼ਚਿਤ ਹੀ ਤੁਹਾਨੂੰ ਹਵਾਈ ਜਹਾਜ਼ ਉਡਾਉਣਾ ਨਹੀਂ ਆਉਂਦਾ, ਲੇਕਿਨ ਤੁਸੀਂ ਪਾਇਲਟ ਦਾ ਧਿਆਨ ਭਟਕਾ ਕੇ ਪਰੇਸ਼ਾਨੀ ਜ਼ਰੂਰ ਖੜੀ ਕਰ ਸਕਦੇ ਹੋ। ਇਸੇ ਤਰ੍ਹਾਂ ਤੁਹਾਡਾ ਚੇਤਨ ਮਸਤਿਸ਼ਕ ਸਰੀਰ ਨੂੰ ਤਾਂ ਨਹੀਂ ਚਲਾ ਸਕਦਾ, ਲੇਕਿਨ ਇਹ ਇਸ ਦੇ ਸਹੀ ਤਰ੍ਹਾਂ ਦੇ ਕੰਮ ਕਰਨ ਦੇ ਰਾਹ ਵਿੱਚ ਅੜਿੱਕਾ ਜ਼ਰੂਰ ਬਣ ਸਕਦਾ ਹੈ। ਚਿੰਤਾ, ਤਣਾਅ, ਡਰ ਤੇ ਨਿਰਾਸ਼ਾ ਹਿਰਦੇ, ਫੇਫੜੇ, ਢਿੱਡ ਤੇ ਆਂਦਰਾਂ ਦੇ ਆਮ ਕਾਰਜਾਂ ਵਿੱਚ ਰੁਕਾਵਟ ਪਾ ਸਕਦੇ ਹਨ। ਡਾਕਟਰ ਹੁਣ ਇਸ ਗੱਲ ਉੱਤੇ ਧਿਆਨ ਦੇਣ ਲੱਗੇ ਹਨ ਕਿ ਅਖੌਤੀ ਤਣਾਅ ਸੰਬੰਧੀ ਬਿਮਾਰੀਆਂ ਕਿੰਨੀਆਂ ਗੰਭੀਰ ਹਨ। ਕਾਰਨ ਇਹ ਹੈ ਕਿ ਤਣਾਅਪੂਰਨ ਵਿਚਾਰ ਤੁਹਾਡੇ ਅਵਚੇਤਨ ਮਨ ਦੇ ਇਕਸੁਰਤਾ ਵਾਲੇ ਕੰਮ ਵਿੱਚ ਅੜਿੱਕਾ ਪਾਉਂਦੇ ਹਨ। ਜਦੋਂ ਤੁਸੀਂ ਸਰੀਰਕ ਅਤੇ ਮਾਨਸਿਕ ਤੌਰ ਉੱਤੇ ਵਿਚਲਿਤ ਮਹਿਸੂਸ ਕਰਦੇ ਹੋ ਤਾਂ ਤੁਸੀਂ ਜੋ ਸਭ ਤੋਂ ਚੰਗਾ ਕੰਮ ਕਰ ਸਕਦੇ ਹੋ ਉਹ ਹੈ ਸ਼ਿਥਿਲ ਹੋਣਾ, ਆਰਾਮ ਕਰਨਾ ਅਤੇ ਵਿਚਾਰ ਪ੍ਰਕਿਰਿਆ ਨੂੰ ਰੋਕ ਦੇਣਾ। ਆਪਣੇ ਅਵਚੇਤਨ ਮਨ ਨਾਲ ਗੱਲਾਂ ਕਰੋ। ਇਸ ਨੂੰ ਕਹੋ ਕਿ ਇਹ ਸ਼ਾਂਤੀ, ਇਕਸੁਰ ਅਤੇ ਦੈਵੀ ਵਿਧਾਨ ਨੂੰ ਸਥਾਪਿਤ ਕਰੋ। ਇਸ ਤਰ੍ਹਾਂ ਕਰਨ ਉੱਤੇ ਤੁਸੀਂ ਪਾਓਗੇ ਕਿ ਤੁਹਾਡੇ ਸਰੀਰ ਦੀ ਸਮੁੱਚੀ ਕਾਰਜ ਪ੍ਰਣਾਲੀ ਦੁਬਾਰਾ ਆਮ ਹੋ ਗਈ ਹੈ। ਤੁਹਾਡੇ ਅਵਚੇਤਨ ਮਨ ਨੂੰ ਅਧਿਕਾਰ ਤੇ ਵਿਸ਼ਵਾਸ ਨਾਲ ਬੋਲੋ। ਇਹ ਤੁਹਾਡੇ ਹੁਕਮਾਂ ਦਾ ਪਾਲਣ ਕਰਕੇ ਪ੍ਰਤੀਕਿਰਿਆ ਕਰੇਗਾ। ਤੁਸੀਂ ਆਪਣੇ ਅਵਚੇਤਨ ਕੋਲੋਂ ਆਪਣੇ ਲਈ ਕਿਵੇਂ ਕੰਮ ਕਰਾ ਸਕਦੇ ਹੋ? ਪਹਿਲੀ ਗੱਲ ਤਾਂ ਇਹ ਅਹਿਸਾਸ ਕਰਨਾ ਹੈ ਕਿ ਤੁਹਾਡਾ ਅਵਚੇਤਨ ਮਨ ਹਮੇਸ਼ਾ ਕੰਮ ਕਰਦਾ ਹੈ। ਇਹ ਰਾਤ ਦਿਨ ਸਰਗਰਮ ਰਹਿੰਦਾ ਹੈ। ਭਾਵੇਂ ਤੁਸੀਂ ਇਸ ਉੱਤੇ ਕੰਮ ਕਰੋ ਜਾਂ ਨਾ, ਤੁਹਾਡਾ ਅਵਚੇਤਨ ਤੁਹਾਡੇ ਸਰੀਰ ਦਾ ਨਿਰਮਾਤਾ ਹੈ, ਲੇਕਿਨ ਤੁਸੀਂ ਇਸ ਖਾਮੋਸ਼ ਪ੍ਰਕਿਰਿਆ ਨੂੰ ਚੇਤਨ ਤੌਰ 'ਤੇ ਦੇਖ ਜਾਂ ਸੁਣ ਨਹੀਂ ਸਕਦੇ।
ਤੁਹਾਡਾ ਪਾਲਾ ਹਰ ਵਾਰ ਆਪਣੇ ਅਵਚੇਤਨ ਮਨ ਦੀ ਬਜਾਏ ਆਪਣੇ ਚੇਤਨ ਮਨ ਨਾਲ ਪੈਂਦਾ ਹੈ। ਬਸ ਆਪਣੇ ਚੇਤਨ ਮਨ ਤੋਂ ਚੰਗੇ ਦੀ ਆਸ ਕਰਦੇ ਰਹੋ ਤੇ ਇਹ ਪੱਕਾ ਕਰੋ ਕਿ ਤੁਹਾਡੇ ਆਦਤਨ ਵਿਚਾਰ ਚੰਗੀ, ਸੁੰਦਰ, ਸੱਚੀ, ਨਿਆਂਪੂਰਨ ਤੇ ਇੱਕ ਸੁਰਤਾਪੂਰਨ ਚੀਜ਼ਾਂ ਉੱਤੇ ਕੇਂਦਰਿਤ ਹੋਣ। ਆਪਣੇ ਚੇਤਨ ਮਨ ਦਾ ਧਿਆਨ ਰੱਖੋ ਅਤੇ ਦਿਲ ਵਿੱਚ ਜਾਣ ਲਓ ਕਿ ਤੁਹਾਡਾ ਅਵਚੇਤਨ ਮਨ ਤੁਹਾਡੇ ਹੀ ਆਤਨ ਵਿਚਾਰਾਂ ਦੇ ਅਨੁਰੂਪ ਨਤੀਜੇ ਦੇ ਰਿਹਾ ਹੈ, ਵਿਅਕਤ ਕਰ ਰਿਹਾ ਹੈ ਅਤੇ ਹਾਲਾਤ ਬਣਾ ਰਿਹਾ ਹੈ। ਯਾਦ ਰੱਖੋ, ਜਿਵੇਂ ਪਾਣੀ ਉਸੇ ਪਾਈਪ ਦਾ ਆਕਾਰ ਲੈ ਲੈਂਦਾ ਹੈ ਜਿਸ ਵਿੱਚੋਂ ਇਹ ਵਗਦਾ ਹੈ, ਉਸੇ ਤਰ੍ਹਾਂ ਤੁਹਾਡੇ ਜੀਵਨ ਸਿਧਾਂਤ ਤੁਹਾਡੇ ਵਿਚਾਰਾਂ ਦੀ ਪ੍ਰਤੀਕਿਰਿਆ ਦੇ ਅਨੁਰੂਪ ਹੀ ਪ੍ਰਵਾਹਿਤ ਹੁੰਦੇ ਹਨ। ਦਾਅਵਾ ਕਰੋ ਕਿ ਤੁਹਾਡੇ ਅਵਚੇਤਨ ਦੀ ਉਪਚਾਰਕ ਸ਼ਕਤੀ ਤੁਹਾਡੇ ਅੰਦਰ ਇਕਸੁਰਤਾ, ਸਿਹਤ, ਸ਼ਾਂਤੀ, ਸੁੱਖ ਤੇ ਸਮਰਿੱਧੀ ਦੇ ਤੌਰ ਤੇ ਪ੍ਰਵਾਹਿਤ ਹੋ ਰਹੀ ਹੈ। ਗਿਆਨੀ ਵਿਅਕਤੀ ਜਾਂ ਪਿਆਰੇ ਮਿੱਤਰ ਦੇ ਰੂਪ ਵਿੱਚ ਇਸ ਦੀ ਕਲਪਨਾ ਕਰੋ। ਦ੍ਰਿੜਤਾ ਨਾਲ ਯਕੀਨ ਕਰੋ ਕਿ ਇਹ ਤੁਹਾਡੇ ਅੰਦਰ ਲਗਾਤਾਰ ਪ੍ਰਵਾਹਿਤ ਹੋ ਰਿਹਾ ਹੈ, ਤੁਹਾਨੂੰ ਸਜੀਵ ਬਣਾ ਰਿਹਾ ਹੈ, ਪ੍ਰੇਰਿਤ ਕਰ ਰਿਹਾ ਹੈ ਅਤੇ ਸਮਰਿੱਧ ਬਣਾ ਰਿਹਾ ਹੈ। ਇਹ ਇਸੇ ਤਰੀਕੇ ਨਾਲ ਪ੍ਰਤੀਕਿਰਿਆ ਕਰੇਗਾ ਜਿਵੇਂ ਤੁਸੀਂ ਯਕੀਨ ਕਰੋਗੇ ਤਿਵੇਂ ਦਾ ਹੀ ਤੁਹਾਨੂੰ ਮਿਲੇਗਾ। ਅਵਚੇਤਨ ਦਾ ਉਪਚਾਰਕ ਸਿਧਾਂਤ ਅੱਖਾਂ ਦੀ ਰੌਸ਼ਨੀ ਮੋੜਦਾ ਹੈ। ਦੁਨੀਆ ਦੇ ਸਭ ਤੋਂ ਮਸ਼ਹੂਰ ਉਪਚਾਰਕ ਧਰਮ ਸਥਲਾਂ ਵਿੱਚੋਂ ਇੱਕ ਦੱਖਣ ਪੱਛਮ ਫਰਾਂਸ ਦਾ ਲੂਰਡੈਂਸ ਹੈ। ਲੂਰਡੈਂਸ ਦੇ ਚਿਕਿਤਸਾ ਵਿਭਾਗ ਵਿੱਚ ਕਈ ਫਾਈਲਾਂ ਹਨ ਜਿਨ੍ਹਾਂ ਵਿੱਚ ਚਮਤਕਾਰੀ ਉਪਚਾਰਾਂ ਦਾ ਵਿਸਤ੍ਰਿਤ ਵਰਣਨ ਹੈ। ਇਹਨਾਂ ਵਿੱਚੋਂ ਇੱਕ ਮੈਡਮ ਬਾਇਰ ਦਾ ਉਪਚਾਰ ਸੀ। ਮੈਡਮ ਬਾਇਰ ਅੱਖਾਂ ਤੋਂ ਹੀਣ ਸਨ। ਉਹਨਾਂ ਦੀਆਂ ਅੱਖਾਂ ਦੀਆਂ ਨਾੜਾਂ ਕਮਜ਼ੋਰ ਅਤੇ ਬੇਕਾਰ ਹੋ ਚੁੱਕੀਆਂ ਸਨ। ਲੂਰਡੈਂਸ ਆਉਣ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਮੁੜ ਆ ਗਈ। ਉਹਨਾਂ ਦੀ ਜਾਂਚ ਕਰਨ ਵਾਲੇ ਕਈ ਡਾਕਟਰਾਂ ਨੇ ਪ੍ਰਮਾਣਿਤ ਕੀਤਾ ਕਿ ਉਹਨਾਂ ਦੀਆਂ ਅੱਖਾਂ ਦੀਆਂ ਨਾੜਾਂ ਹੁਣ ਵੀ ਬੇਕਾਰ ਹਨ, ਲੇਕਿਨ ਇਸ ਦੇ ਬਾਵਜੂਦ ਉਹ ਦੇਖ ਸਕਦੀਆਂ ਹਨ। 1 ਮਹੀਨੇ ਬਾਅਦ ਦੁਬਾਰਾ ਜਾਂਚ ਕਰਨ ਵਿੱਚ ਇਹ ਪਾਇਆ ਗਿਆ ਕਿ ਉਹਨਾਂ ਦਾ ਅੱਖਾਂ ਦਾ ਤੰਤਰ ਦੁਬਾਰਾ ਠੀਕ ਹੋ ਕੇ ਆਮ ਹੋ ਗਿਆ ਹੈ। ਮੈਨੂੰ ਪੂਰਾ ਯਕੀਨ ਹੈ ਕਿ ਮੈਡਮ ਬਾਇਰ ਧਰਮ ਸਥਲ ਦੇ ਪਾਣੀ ਨਾਲ ਠੀਕ ਨਹੀਂ ਹੋਏ ਸਨ। ਦਾ ਉਪਚਾਰ ਤਾਂ ਉਹਨਾਂ ਦੇ ਹੀ ਅਵਚੇਤਨ ਮਨ ਨੇ ਕੀਤਾ ਸੀ, ਜਿਸ ਨੇ ਉਹਨਾਂ ਦੇ ਵਿਸ਼ਵਾਸ ਉੱਤੇ ਪ੍ਰਤੀਕਿਰਿਆ ਕੀਤਾ। ਉਹਨਾਂ ਦੇ ਅਵਚੇਤਨ ਮਨ ਦੇ ਅੰਦਰ ਦੇ ਉਪਚਾਰਕ ਸਿਧਾਂਤ ਨੇ ਉਹਨਾਂ ਦੇ ਵਿਚਾਰਾਂ ਦੀ ਪ੍ਰਕਿਰਤੀ ਦੇ ਅਨੁਰੂਪ ਪ੍ਰਤੀਕਿਰਿਆ ਕੀਤੀ। ਵਿਸ਼ਵਾਸ ਅਵਚੇਤਨ ਮਨ ਤੱਕ ਪਹੁੰਚਾਇਆ ਵਿਚਾਰ ਹੈ। ਵਿਸ਼ਵਾਸ ਦਾ ਅਰਥ ਹੈ ਕਿਸੇ ਵੀ ਚੀਜ਼ ਨੂੰ ਸੱਚ ਮੰਨਣਾ। ਜਿਸ ਚੀਜ਼ ਉੱਤੇ ਵਿਸ਼ਵਾਸ ਹੋ ਜਾਂਦਾ ਹੈ ਉਹ ਆਪਣੇ ਆਪ ਹੋ ਜਾਂਦੀ ਹੈ। ਬੇਸ਼ੱਕ ਮੈਡਮ ਬਾਇਰ ਇਸ ਧਰਮ ਸਥਲ ਉੱਤੇ ਬਹੁਤ ਆਸ ਤੇ ਆਸਥਾ ਨਾਲ ਗਏ ਸਨ, ਉਹ ਆਪਣੇ ਦਿਲ ਵਿੱਚ ਜਾਣਦੀ ਸੀ ਕਿ ਉਹ ਠੀਕ ਹੋ ਜਾਵੇਗੀ। ਉਹਨਾਂ ਦੇ ਅਵਚੇਤਨ ਮਨ ਨੇ ਇਸ ਦੇ ਅਨੁਰੂਪ ਪ੍ਰਤੀਕਿਰਿਆ ਕੀਤੀ ਅਤੇ ਹਮੇਸ਼ਾ ਮੌਜੂਦ ਉਪਚਾਰਕ ਸ਼ਕਤੀਆਂ ਨੂੰ ਸਰਗਰਮ ਕਰ ਦਿੱਤਾ। ਅਵਚੇਤਨ ਮਨ ਜਿਸ ਨੇ ਅੱਖ ਬਣਾਈ ਸੀ, ਨਿਸ਼ਚਿਤ ਤੌਰ ਤੇ ਇੱਕ ਮਿਰਤ ਤੰਤਰਿਕਾ ਨੂੰ ਦੁਬਾਰਾ ਸੰਜੀਵ ਕਰ ਸਕਦਾ ਸੀ। ਰਚਨਾਤਮਕ ਸਿਧਾਂਤ ਨੇ ਜਿਹੜੇ ਅੰਗ ਦੀ ਰਚਨਾ ਕੀਤੀ ਸੀ, ਉਸ ਦੀ ਦੁਬਾਰਾ ਰਚਨਾ ਵੀ ਕਰ ਸਕਦਾ ਸੀ। ਤੁਹਾਡੇ ਵਿਸ਼ਵਾਸ ਦੇ ਅਨੁਰੂਪ ਹੀ ਤੁਹਾਨੂੰ ਮਿਲੇਗਾ। ਆਪਣੇ ਅਵਚੇਤਨ ਮਨ ਤੱਕ ਪੂਰਨ ਸੇਧ ਦਾ ਵਿਚਾਰ ਕਿਵੇਂ ਪੁੱਜਦਾ ਕਰੋ। ਮੈਂ ਜੋਹਾਨਸਬਰਗ, ਦੱਖਣ ਅਫਰੀਕਾ ਵਿੱਚ ਇੱਕ ਮੈਥੋਡਿਸਟ ਪਾਦਰੀ ਨੂੰ ਮਿਲਿਆ। ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਬੁਰੀ ਤਰ੍ਹਾਂ ਫੈਲ ਚੁੱਕੇ ਫੇਫੜੇ ਦੇ ਕੈਂਸਰ ਤੋਂ ਕਿਵੇਂ ਉੱਭਰੇ। ਉਹਨਾਂ ਨੇ ਪੂਰਨ ਤੰਦਰੁਸਤੀ ਦੇ ਵਿਚਾਰ ਨੂੰ ਅਵਚੇਤਨ ਮਨ ਤੱਕ ਪਹੁੰਚਾ ਕੇ ਇਹ ਚਮਤਕਾਰੀ ਨਤੀਜਾ ਪਾਇਆ। ਮੇਰੇ ਨਿਵੇਦਨ ਤੇ ਉਹਨਾਂ ਨੇ ਮੈਨੂੰ ਉਸ ਪ੍ਰਕਿਰਿਆ ਦਾ ਜੋ ਵਿਸਤ੍ਰਿਤ ਵਰਣਨ ਭੇਜਿਆ ਹੈ, ਉਸ ਨੂੰ ਮੈਂ ਤੁਹਾਡੇ ਸਨਮੁਖ ਰੱਖ ਰਿਹਾ ਹਾਂ। ਦਿਨ ਵਿੱਚ ਕਈ ਵਾਰ ਮੈਂ ਆਪਣੇ ਆਪ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਪੂਰੀ ਤਰ੍ਹਾਂ ਸ਼ਿਥਿਲ ਕਰ ਲੈਂਦਾ ਸੀ। ਮੈਂ ਆਪਣੇ ਸਰੀਰ ਨੂੰ ਇਹ ਬੋਲ ਕੇ ਆਪਣੇ ਆਪ ਨੂੰ ਸ਼ਿਥਿਲ ਕਰਦਾ ਸੀ, ਮੇਰੇ ਪੰਜੇ ਸ਼ਿਥਿਲ ਹੈ, ਮੇਰੇ ਟਖਣੇ ਸ਼ਿਥਿਲ ਹਨ, ਮੇਰੇ ਪੈਰ ਸ਼ਿਥਿਲ ਹਨ, ਮੇਰੇ ਢਿੱਡ ਦੀਆਂ ਮਾਸਪੇਸ਼ੀਆਂ ਸ਼ਿਥਿਲ ਹਨ, ਮੇਰਾ ਦਿਲ ਅਤੇ ਫੇਫੜੇ ਸ਼ਿਥਿਲ ਹਨ, ਮੇਰਾ ਸਿਰ ਸ਼ਿਥਿਲ ਹੈ, ਮੇਰਾ ਪੂਰਾ ਅਸਤਿਤਵ ਬਿਲਕੁਲ ਸ਼ਿਥਿਲ ਹੈ। ਕੋਈ 5 ਮਿੰਟ ਬਾਅਦ ਮੈਂ ਆਪਣੇ ਆਪ ਨੂੰ ਉਨੀਂਦਰੀ ਅਵਸਥਾ ਵਿੱਚ ਮਹਿਸੂਸ ਕੀਤਾ। ਫਿਰ ਮੈਂ ਇਸ ਸੱਚ ਦੀ ਪੁਸ਼ਟੀ ਕੀਤੀ, ਈਸ਼ਵਰ ਦੀ ਪੂਰਨਤਾ ਹੁਣ ਮੇਰੇ ਵਿੱਚੋਂ ਵਿਅਕਤ ਹੋ ਰਹੀ ਹੈ। ਸੰਪੂਰਨ ਸੇਧ ਦਾ ਵਿਚਾਰ
ਹੁਣ ਮੇਰੇ ਅਵਚੇਤਨ ਮਨ ਵਿੱਚ ਭਰ ਰਿਹਾ ਹੈ। ਈਸ਼ਵਰ ਨੇ ਮੇਰੀ ਜਿਹੜੀ ਤਸਵੀਰ ਬਣਾਈ ਹੈ ਉਹ ਆਦਰਸ਼ ਤਸਵੀਰ ਹੈ ਅਤੇ ਮੇਰਾ ਅਵਚੇਤਨ ਮਨ ਈਸ਼ਵਰ ਦੀ ਉਸੇ ਆਦਰਸ਼ ਤਸਵੀਰ ਦੇ ਅਨੁਸਾਰ ਮੇਰੇ ਸਰੀਰ ਨੂੰ ਦੁਬਾਰਾ ਬਣਾ ਰਿਹਾ ਹੈ। ਇਸ ਪਾਦਰੀ ਦਾ ਵਿਲੱਖਣ ਉਪਚਾਰ ਹੋਇਆ ਅਤੇ ਉਹ ਪੂਰੀ ਤਰ੍ਹਾਂ ਠੀਕ ਹੋ ਗਏ। ਉਹਨਾਂ ਨੇ ਜਿਸ ਤਕਨੀਕ ਦਾ ਇਸਤੇਮਾਲ ਕੀਤਾ ਸੀ ਉਹ ਸੰਪੂਰਨ ਤੰਦਰੁਸਤੀ ਦੇ ਵਿਚਾਰ ਨੂੰ ਅਵਚੇਤਨ ਮਨ ਤੱਕ ਪਹੁੰਚਾਉਣ ਦਾ ਸਿੱਧਾ ਅਤੇ ਸੌਖਾ ਤਰੀਕਾ ਸੀ। ਸਿਹਤ ਦੇ ਵਿਚਾਰ ਨੂੰ ਅਵਚੇਤਨ ਮਨ ਤੱਕ ਪੁੱਜਣਾ ਇੱਕ ਹੋਰ ਅਦਭੁਤ ਤਰੀਕਾ ਅਨੁਸ਼ਾਸਿਤ ਜਾਂ ਵਿਗਿਆਨਕ ਕਲਪਨਾ ਹੈ। ਮੈਂ ਲਕਵੇ ਦੇ ਇੱਕ ਮਰੀਜ਼ ਨੂੰ ਦੱਸਿਆ ਕਿ ਉਹ ਕਲਪਨਾ ਵਿੱਚ ਸਪਸ਼ਟ ਤਸਵੀਰ ਦੇਖੇ ਕਿ ਉਹ ਆਪਣੇ ਆਪਸ ਵਿੱਚ ਚਹਿਲ ਕਦਮੀ ਕਰ ਰਿਹਾ ਹੈ, ਡੈਸਕ ਨੂੰ ਛੂਹ ਰਿਹਾ ਹੈ, ਫੋਨ ਦਾ ਜਵਾਬ ਦੇ ਰਿਹਾ ਹੈ ਅਤੇ ਉਹ ਸਾਰੇ ਕੰਮ ਕਰ ਰਿਹਾ ਜਿਹੜੇ ਉਹ ਆਮ ਹਾਲਤ ਵਿੱਚ ਕਰਦਾ। ਮੈਂ ਉਸ ਨੂੰ ਦੱਸਿਆ ਕਿ ਉਸ ਦਾ ਅਵਚੇਤਨ ਮਨ ਸੰਪੂਰਨ ਸਿਹਤ ਦੀ ਮਾਨਸਿਕ ਤਸਵੀਰ ਨੂੰ ਸਵੀਕਾਰ ਕਰ ਦੇਵੇਗਾ। ਉਸ ਨੇ ਆਪਣੇ ਆਪ ਨੂੰ ਇਸ ਭੂਮਿਕਾ ਵਿੱਚ ਝੋਕ ਦਿੱਤਾ। ਉਸ ਨੇ ਸੱਚਮੁੱਚ ਮਹਿਸੂਸ ਕੀਤਾ ਕਿ ਉਹ ਆਪਣੇ ਆਫਿਸ ਤੋਂ ਮੁੜ ਚੁੱਕਿਆ ਹੈ। ਉਹ ਜਾਣਦਾ ਸੀ ਕਿ ਉਹ ਆਪਣੇ ਅਵਚੇਤਨ ਮਨ ਨੂੰ ਇੱਕ ਮੂਰਤ ਅਤੇ ਨਿਸ਼ਚਿਤ ਕੰਮ ਦੇ ਰਿਹਾ ਹੈ। ਉਸ ਦਾ ਅਵਚੇਤਨ ਮਨ ਉਹ ਫਿਲਮ ਸੀ ਜਿਸ ਉੱਤੇ ਤਸਵੀਰ ਦੀ ਛਾਪ ਛੱਡੀ ਜਾ ਰਹੀ ਸੀ। ਉਸ ਨੇ ਕਈ ਹਫ਼ਤਿਆਂ ਤੱਕ ਦ੍ਰਿਸ਼ਟੀਗਤ ਚਿੱਤਰਣ ਦੀਆਂ ਵਿਸਤ੍ਰਿਤ ਤਸਵੀਰਾਂ ਦੇਖੀਆਂ। ਫਿਰ ਇੱਕ ਦਿਨ ਟੈਲੀਫੋਨ ਦੀ ਘੰਟੀ ਉਸ ਵੇਲੇ ਵੱਜੀ ਜਦੋਂ ਬਾਕੀ ਸਾਰੇ ਲੋਕ ਬਾਹਰ ਸਨ। ਫੋਨ ਉਸ ਦੇ ਪਲੰਘ ਤੋਂ 12 ਫੁੱਟ ਦੂਰ ਰੱਖਿਆ ਸੀ। ਬਹਰਹਾਲ ਉਹ ਜਿਵੇਂ ਤਿਵੇਂ ਇਸ ਦਾ ਜਵਾਬ ਦੇਣ ਵਿੱਚ ਕਾਮਯਾਬ ਹੋ ਗਿਆ। ਉਸੇ ਸਮੇਂ ਤੋਂ ਉਸ ਦਾ ਲਕਵਾ ਗਾਇਬ ਹੋ ਗਿਆ। ਉਸ ਦੇ ਅਵਚੇਤਨ ਮਨ ਦੀ ਉਪਚਾਰਕ ਸ਼ਕਤੀ ਨੇ ਉਸ ਦੀ ਮਾਨਸਿਕ ਤਸਵੀਰ ਉੱਤੇ ਪ੍ਰਤੀਕਿਰਿਆ ਕੀਤੀ ਅਤੇ ਉਪਚਾਰ ਸੰਭਵ ਹੋ ਗਿਆ। ਇਹ ਵਿਅਕਤੀ ਇੱਕ ਮਾਨਸਿਕ ਅੜਿੱਕੇ ਤੋਂ ਪੀੜਤ ਸੀ ਜਿਸ ਨੇ ਮਸਤਿਸ਼ਕ ਵਿੱਚੋਂ ਉਤਪੰਨ ਤੰਤਰਿਕ ਆਵੇਗਾਂ ਨੂੰ ਉਸ ਦੇ ਪੈਰਾਂ ਤੱਕ ਪਹੁੰਚਾਉਣ ਤੋਂ ਰੋਕ ਦਿੱਤਾ ਸੀ। ਇਸ ਲਈ ਉਹ ਚੱਲ ਨਹੀਂ ਸੀ ਪਾਉਂਦਾ। ਜਦੋਂ ਉਸ ਨੇ ਆਪਣਾ ਧਿਆਨ ਆਪਣੇ ਅੰਦਰਲੇ ਦੀ ਉਪਚਾਰਕ ਸ਼ਕਤੀ 'ਤੇ ਕੇਂਦਰਿਤ ਕੀਤਾ ਤਾਂ ਉਸ ਦੇ ਇਕਾਗਰ ਧਿਆਨ ਨਾਲ ਸ਼ਕਤੀ ਪ੍ਰਵਾਹਿਤ ਹੋਣ ਲੱਗੀ ਅਤੇ ਉਹ ਦੁਬਾਰਾ ਚੱਲਣ ਲੱਗ ਪਿਆ। ਜਿਹੜਾ ਕੁਝ ਵੀ ਪ੍ਰਾਰਥਨਾ ਵਿੱਚ ਮੰਗੋਗੇ ਵਿਸ਼ਵਾਸ ਰੱਖਣ 'ਤੇ ਉਹ ਤੁਹਾਨੂੰ ਮਿਲ ਜਾਵੇਗਾ। ਯਾਦ ਰੱਖਣ ਲਾਇਕ ਵਿਚਾਰ। ਨੰਬਰ 1, ਤੁਹਾਡਾ ਅਵਚੇਤਨ ਮਨ ਤੁਹਾਡੇ ਸਰੀਰ ਦੀ ਸਾਰੀ ਮਹੱਤਵਪੂਰਨ ਕਿਰਿਆਵਾਂ ਨੂੰ ਨਿਯੰਤਰਿਤ ਕਰਦਾ ਅਤੇ ਸਾਰੀ ਸਮੱਸਿਆਵਾਂ ਦਾ ਜਵਾਬ ਜਾਣਦਾ ਹੈ। ਨੰਬਰ 2, ਸੌਣ ਤੋਂ ਪਹਿਲਾਂ ਆਪਣੇ ਅਵਚੇਤਨ ਮਨ ਤੋਂ ਕੋਈ ਉਚੇਰਾ ਨਿਵੇਦਨ ਕਰੋ ਅਤੇ ਇਸ ਦੀ ਚਮਤਕਾਰੀ ਸ਼ਕਤੀ ਦੇਖੋ। ਨੰਬਰ 3, ਤੁਸੀਂ ਆਪਣੇ ਅਵਚੇਤਨ ਮਨ ਉੱਤੇ ਜੋ ਵੀ ਛਾਪ ਛੱਡਦੇ ਹੋ ਉਹ ਹਾਲਾਤਾਂ, ਅਨੁਭਵਾਂ ਅਤੇ ਘਟਨਾਵਾਂ ਦੇ ਰੂਪ ਵਿੱਚ ਵਿਅਕਤ ਹੁੰਦੀ ਹੈ। ਇਸ ਲਈ ਚੇਤਨ ਮਨ ਵਿੱਚ ਮੌਜੂਦ ਵਿਚਾਰਾਂ ਬਾਬਤ ਸੁਚੇਤ ਰਹੋ। ਨੰਬਰ 4, ਕਿਰਿਆ ਅਤੇ ਪ੍ਰਤੀਕਿਰਿਆ ਦਾ ਨਿਯਮ ਸਦੀਵੀ ਹੈ। ਤੁਹਾਡਾ ਵਿਚਾਰ ਕਿਰਿਆ ਹੈ ਅਤੇ ਉਸ ਵਿਚਾਰ ਉੱਤੇ ਤੁਹਾਡਾ ਅਵਚੇਤਨ ਮਨ ਆਪਣੇ ਆਪ ਪ੍ਰਤੀਕਿਰਿਆ ਕਰਦਾ ਹੈ। ਆਪਣੇ ਵਿਚਾਰਾਂ ਉੱਤੇ ਨਜ਼ਰ ਰੱਖੋ। ਨੰਬਰ 5, ਸਾਰੀਆਂ ਕੁੰਠਾਵਾਂ ਅਧੂਰੀ ਇੱਛਾਵਾਂ ਕਾਰਨ ਪੈਦਾ ਹੁੰਦੀਆਂ ਹਨ। ਜੇਕਰ ਤੁਸੀਂ ਰੁਕਾਵਟਾਂ, ਔਕੜਾਂ, ਦੇਰੀ ਅਤੇ ਮੁਸ਼ਕਲਾਂ ਉੱਤੇ ਧਿਆਨ ਕੇਂਦਰਿਤ ਕਰੋਗੇ ਤਾਂ ਤੁਹਾਡਾ ਅਵਚੇਤਨ ਮਨ ਉਸੇ ਦੇ ਅਨੁਰੂਪ ਪ੍ਰਤੀਕਿਰਿਆ ਕਰੇਗਾ ਅਤੇ ਇਸ ਤਰ੍ਹਾਂ ਤੁਸੀਂ ਆਪਣੀ ਹੀ ਭਲਾਈ ਨੂੰ ਰੋਕ ਦੇਵੋਗੇ। ਜੀਵਨ ਦਾ ਸਿਧਾਂਤ ਤੁਹਾਡੇ ਅੰਦਰ ਲੈਅਬੱਧ ਅਤੇ ਇਕਸੁਰਤਾ ਵਾਲੇ ਤਰੀਕਿਆਂ ਤੋਂ ਪ੍ਰਵਾਹਿਤ ਹੋ ਸਕਦਾ ਹੈ, ਬਸ਼ਰਤੇ ਤੁਸੀਂ ਚੇਤਨ ਤੌਰ 'ਤੇ ਦ੍ਰਿੜਤਾ ਨਾਲ ਕਹੋ, ਮੈਂ ਵਿਸ਼ਵਾਸ ਕਰਦਾ ਹਾਂ ਕਿ ਜਿਸ ਅਵਚੇਤਨ ਮਨ ਨੇ ਮੈਨੂੰ ਇਹ ਇੱਛਾ ਦਿੱਤੀ ਹੈ ਉਹੀ ਇਸ ਨੂੰ ਮੇਰੇ ਰਾਹੀਂ ਪੂਰੀ ਕਰ ਰਿਹਾ ਹੈ। ਇਸ ਨਾਲ ਸਾਰੇ ਸੰਘਰਸ਼ ਖਤਮ ਹੋ ਜਾਂਦੇ ਹਨ। ਤੁਸੀਂ ਚਿੰਤਾ, ਤਣਾਅ ਅਤੇ ਡਰ ਦੇ ਕਾਰਨ ਆਪਣੇ ਹਿਰਦੇ, ਫੇਫੜਿਆਂ ਅਤੇ ਹੋਰ ਅੰਗਾਂ ਦੀ ਆਮ ਲੈਅ ਵਿੱਚ ਗੜਬੜ ਕਰ ਸਕਦੇ ਹੋ। ਆਪਣੇ ਅਵਚੇਤਨ ਮਨ ਵਿੱਚ ਇੱਕ ਸੁਰਤਾ, ਸਿਹਤ ਅਤੇ ਸ਼ਾਂਤੀ ਦੇ ਵਿਚਾਰ ਭਰੋ। ਇਸ ਨਾਲ ਤੁਹਾਡੇ ਸਰੀਰ ਦੀ ਸਮੁੱਚੀ ਕਾਰਜ ਪ੍ਰਣਾਲੀ ਦੁਬਾਰਾ ਆਮ ਹੋ ਜਾਵੇਗੀ। ਨੰਬਰ 8, ਆਪਣੇ ਚੇਤਨ ਮਨ ਤੋਂ ਚੰਗੇ ਦੀ ਆਸ ਕਰਦੇ ਰਹੋ। ਤੁਹਾਡਾ ਅਵਚੇਤਨ ਮਨ ਲਗਨ ਦੁਆਰਾ ਤੁਹਾਡੇ ਆਦਤਨ ਵਿਚਾਰਾਂ ਨੂੰ ਸਾਕਾਰ ਕਰ ਦੇਵੇਗਾ। ਨੰਬਰ 9, ਆਪਣੀ ਸਮੱਸਿਆ ਦੇ ਸੁਖਦ ਅੰਤ ਜਾਂ ਸਮਾਧਾਨ ਦੀ ਕਲਪਨਾ ਕਰੋ। ਉਪਲਬਧੀ ਦੇ ਰੋਮਾਂਚ ਨੂੰ ਮਹਿਸੂਸ ਕਰੋ। ਤੁਸੀਂ ਜੋ ਵੀ ਕਲਪਨਾ ਕਰੋਗੇ ਜਾਂ ਮਹਿਸੂਸ ਕਰੋਗੇ ਉਸ ਨੂੰ ਤੁਹਾਡਾ ਅਵਚੇਤਨ ਮਨ ਸਵੀਕਾਰ ਕਰ
ਨਤੀਜਿਆਂ ਵਿੱਚ ਬਦਲ ਦੇਵੇਗਾ। ਕਿਤਾਬ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ, ਲੇਖਕ ਡਾਕਟਰ ਜੋਸਫ ਮਰਫੀ। ਤੁਸੀਂ ਸੁਣ ਰਹੇ ਸੀ ਤੀਸਰਾ ਭਾਗ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।